ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਬਖਿਆਣ ਗੁਰ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰਾ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਨ ਹਿਰਦੈ ਨਿਤ ਧਿਆਨ ਗੁਰ ਰਾਮਦਾਸ ਗੁਣ ਗਾਓ ਗੁਰ ਅਰਜਨ ਬਿਘਨ ਕੇ ਨਾਸਕ ਬਿਘਨ ਕੇ ਨਾਸਕ ਗੁਰ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾ ਬਾਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਗੁਰ ਗੋਬਿੰਦ ਸਿੰਘ ਬਿਸਾਲਾ ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਜੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਣ ਸੋਏ ਏਕ ਓੰਕਾਰ ਸਤਿਗੁਰੂ ਜੇ ਪ੍ਰਸਾਦ ਸਚ ਹੋਏ
ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਣ ਸੋਏ। ਵਾਹਿਗੁਰੂ ਜੀ ਭਸਮ ਚੜਾਏ ਕਰੇ ਪਾਖੰਡ। ਮਾਇਆ ਮੋਹ ਸਹਿ ਜਮ ਡੰਡ। ਫੂਟੈ ਖਾਪਰ ਭੀਖ ਨਾ ਪਾਏ। ਬੰਧਨ ਬਾਂਧਿਆ ਆਵੈ ਜਾਏ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੋਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਪੂਜਨੀਕ ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਸਾਰੇ ਆਪੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਸਮ ਚੜਾਏ ਕਰੇ ਪਾਖੰਡ। ਮਾਇਆ ਮੋਹ ਸਹਿ ਜਮ ਡੰਡ। ਕਵਿਰਾਜ ਕਵੀ ਸੰਤੋਖ ਸਿੰਘ ਜੀ ਕੇ ਲਿਖ ਰਹੇ ਨੇ ਕਿ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਗੋਰਖਨਾਥ ਨੂੰ ਅਤੇ ਉਹਨਾਂ ਦੇ ਨਾਲ ਹੋਰ ਜਿਹੜੇ ਸਿੱਧ ਨੇ ਉਹਨਾਂ ਸਾਰਿਆਂ ਨੂੰ ਬਚਨ ਕਰ ਰਹੇ ਨੇ ਕਿ ਦੇਖੋ ਤੁਸੀਂ ਘਰ ਗ੍ਰਸਤੀ ਵੀ ਛੱਡ ਆਏ, ਜੰਗਲਾਂ ਦੇ ਪਹਾੜਾਂ ਦੇ ਵਿੱਚ ਵੀ ਆ ਗਏ, ਪਰ ਜਦੋਂ ਤੁਹਾਡੀਆਂ ਜ਼ਰੂਰਤਾਂ ਨੂੰ ਤੁਸੀਂ ਪੂਰਾ ਕਰਨਾ ਹੁੰਦਾ ਫਿਰ ਗ੍ਰਸਤੀਆਂ ਦੇ ਘਰ ਜਾਂਦੇ ਕਿ ਤੁਹਾਨੂੰ ਉਹਨਾਂ ਦੇ ਘਰ ਜਿਹੜੇ ਘਰ ਤੁਸੀਂ ਛੱਡ ਕੇ ਆ ਗਏ ਫਿਰ ਉਹਨਾਂ ਘਰਾਂ ਦੇ ਵਿੱਚੋਂ ਜਾ ਕੇ ਮੰਗਦੇ ਸ਼ਰਮ ਨਹੀਂ ਆਉਂਦੀ ਅਤੇ ਆਪਣੇ ਆਪ ਨੂੰ ਤੁਸੀਂ ਪਖੰਡ ਕਰਕੇ ਇਹ ਕਹਿੰਦੇ ਕੋਈ ਅਸੀਂ ਜੋਗੀ ਬਣ ਗਏ, ਅਸੀਂ ਉਦਾਸੀ ਹੋ ਗਏ, ਸਾਨੂੰ ਬਾਬਾ ਜੀ ਕਹਿੰਦੇ ਕਰੋ। ਹੁਣ ਸਤਿਗੁਰੂ ਜੀ ਅੱਗੇ ਕਿਰਪਾ ਕਰਦੇ ਨੇ, ਸ਼ਬਦ ਰਾਹੀਂ ਸਮਝਾ ਰਹੇ ਨੇ। ਭਸਮ ਚੜਾਏ ਕਰੇ ਪਾਖੰਡ। ਮਾਇਆ ਮੋਹ ਸਹਿ ਜਮ ਡੰਡ। ਦੋ ਪਦੇ ਅਤੇ ਰਹਾਉ ਦੀਆਂ ਪੰਕਤੀਆਂ ਆਪਾਂ ਕੱਲ੍ਹ ਵਿਚਾਰੀਆਂ ਸਨ। ਦੋ ਪਦੇ ਕਵੀ ਰਾਜ ਨੇ ਅੱਗੇ ਹੋਰ ਅੰਕਿਤ ਕੀਤੇ ਨੇ। ਵੈਸੇ ਸ਼ਬਦ 8 ਪੌਦਿਆਂ ਵਾਲਾ ਹੈ। ਸਤਿਗੁਰੂ ਜੀ ਸਮਝਾਉਂਦੇ ਨੇ ਕਿ ਸਰੀਰ ਦੇ ਉੱਤੇ ਸਵਾਹ ਵੀ ਮਰਨੀ ਭਸਮ ਚੜਾਏ ਕਰੇ ਪਖੰਡ। ਔਰ ਇੰਨੀਆਂ ਜਿਨ੍ਹਾਂ ਦੇ ਕੋਲ ਕਰਾਮਾਤਾਂ ਨੇ ਉਹਨਾਂ ਦੇ ਸਾਹਮਣੇ ਖਲੋ ਕੇ ਗੁਰੂ ਸਾਹਿਬ ਜੀ ਕਹਿ ਰਹੇ ਨੇ ਵੀ ਸਰੀਰ ਦੇ ਉੱਤੇ ਸਵਾਹ ਮਲ ਕੇ ਤੇ ਕੇਵਲ ਇਕੱਲਾ ਪਖੰਡ ਹੀ ਕਰ ਰਹੇ ਕਿ ਲੋਕਾਂ ਨੂੰ ਪਤਾ ਲੱਗੇ ਕਿ ਸੰਤ ਜੀ ਆ ਗਏ, ਬਾਬੇ ਆ ਗਏ, ਸਿੱਧ ਜੋਗੀ ਆ ਗਏ। ਮਾਇਆ ਮੋਹ ਸਹਿ ਜਮ ਡੰਡ। ਪਰ ਅਸਲ ਵਿੱਚ ਮਾਇਆ ਦੇ ਮੋਹ ਤੋਂ ਤੁਸੀਂ ਨਿਕਲੇ ਨਹੀਂ, ਸਗੋਂ ਜ਼ਿਆਦਾ ਫਸ ਗਏ ਕਿਉਂਕਿ ਮਾਇਆ ਤੁਸੀਂ ਕੇਵਲ ਘਰ ਨੂੰ ਸਮਝਿਆ, ਗ੍ਰਸਤ ਨੂੰ ਸਮਝਿਆ। ਇਹ ਜਿਹੜਾ ਪਖੰਡ ਕਰਦੇ ਇਹ ਵੀ ਤਾਂ ਮਾਇਆ ਹੈ। ਔਰ ਇਹ ਪਖੰਡ ਗੁਰਮਤਿ ਵਿੱਚ ਕਿਤੇ ਵੀ ਸਵੀਕਾਰ ਨਹੀਂ। ਸਰੀਰ ਦੇ ਉੱਤੇ ਸਵਾਹ ਮਲ ਲਈ ਅਤੇ ਸਵਾਹ ਮਲ ਕੇ ਕਹਿ ਦਿੱਤਾ ਜੋਗੀ ਬਣ ਗਏ। ਔਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਜੀਵਨ ਵਿੱਚ ਜਦੋਂ ਆਪਾਂ ਪੜ੍ਹਦੇ ਸਾਖੀ, ਇਵੇਂ ਦਾ ਸਵਾਹ ਮਲ ਕੇ ਉੱਥੇ ਵੀ ਆਇਆ ਸੀ। ਅਨੰਦਪੁਰ ਸਾਹਿਬ ਬਾਹਰ 3 ਦਿਨ ਹੋ ਗਏ ਧੂਣੀ ਲਾ ਕੇ ਰੋਜ਼ ਬੈਠਦਾ ਹੈ, ਸਰੀਰ ਦੇ ਉੱਤੇ ਸਵਾਹ ਮਲਦਾ ਹੈ। ਔਰ ਭਾਈ ਸੁਥਰਾ ਜੀ ਆ ਕੇ ਪੁੱਛਦੇ ਨੇ ਕਿ ਬਾਬਾ ਜੀ ਆਏ ਕਿੱਥੋਂ?
क्योंकि बाबा जी बड़े खुश, किसी ने बाबा जी आके किया सारा कुछ दसिया, नाम ही दसिया, पर भाई सुथरे जी ने दूजी बारी फिर वक्की दे विच उंगली लाई थोड़ी जी कि बाबा जी ना नहीं समझ आई, ना की है। ये बाबे की थोड़ी आवाज़ भी उच्ची हो गई, कहता दसिया शीतल दास, पर भाई सुथरे ने दूसरे बारी फिर उंगली जी थोड़ी जी टाइट करके ला दी, जोर की मारी कि बाबा जी ना हजे भी नहीं समझ आया। तो कहते वट के मारी चपेट भाई सुथरे के मूँह से, ਜਿਹੜੀ ਅੱਗ ਧੂਣੀ ਦਿਖਾਉਣ ਵਾਸਤੇ ਲਾਈ ਸੀ ਲੱਕੜ ਚੁੱਕੀ ਤੇ ਬਾਬਾ ਸੁਥਰਾ ਜੀ ਅੱਗੇ ਅੱਗੇ, ਤੇ ਇਹ ਸਾਧ ਬਾਬਾ ਸੀਤਲ ਦਾਸ ਜਿਹਦਾ ਨਾਮ ਹੀ ਸੀਤਲ ਦਾਸ, ਔਰ ਸਰੀਰ ਦੇ ਉੱਤੇ ਵੀ ਸੁਆਹ ਮਲੀ ਹੋਈ, ਇਹ ਪਿੱਛੇ ਪਿੱਛੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਜਦੋਂ ਗਏ ਤੇ ਪੁੱਛਿਆ ਭਾਈ ਅੱਗ ਲੈ ਕੇ ਕਿਉਂ ਭੱਜਿਆ ਫਿਰਨਾ ਹੈ। ਹੁਣ ਇਹ ਸੀਤਲ ਦਾਸ ਕਹਿੰਦਾ ਕਿ ਸਤਿਗੁਰੂ ਜੀ ਤੁਹਾਡਾ ਸਿੱਖ ਆ ਕੇ ਤੰਗ ਕਰਦਾ ਹੈ, बार बार पूछता, ना दसिया भी शीतल दास। हुण जो संगत में भी जाके गल कही कि शीतल दास, सारे हस पे भी शीतल दास इवें तो होंगे ने अग लैके किसी को साड़न वास्ते भजया फिरते, तो कहता ना शीतल दास। उत्थे भाई सुथरा जी ने समझाया कि सतगुरु जी तंग तुंग मैं कोई नहीं करता, मैं तो वेखनी चाहुंदा सा कि सुआह तो तां बनती जे अंदर अग होवे, अग तो सुआह बनती है ना, बस वो इन्हें विखा दी कि अंदर तो अग भरी भी, बारों बारों भावें सुआह मली फिरदा है। और धन गुरु नानक देव सच्चे पातशाह समझाते हैं कि बाहरों सुआह मल के केवल पेख ही कर रहे, पखंड ही कर रहे। और ये पखंड केवल वो नहीं कि जोगियां नूं समझा दिता तो साडी छुट्टी होगी। सतगुरु जी अज भी सानूं भी समझाते हैं, बाबा फरीद जी ने समझाया, आप मुसलमान ने, पर कहते जे मुसलमाना वाला केवल पहरावा पा के कन मसूला सूफ गल, कन के उत्ते कन मोढ़ा, मोढ़े के उत्ते परना भी रख लिया, धोती रख ली, जिसके उत्ते बैठ के नमाज पढ़नी है, सिर ते टोपी भी रख ली, कन मसूला सूफ गल, ते जिहड़ा गल दे विच चोला है वो भी सूफियां वाला पा लिया। पर कहते हैं अंदर जिहड़ी है बिल्कुल कैंची रखी हुई, अंदर हनेरा है, तो बारों बारों लगता कि वाह जी ये सूफी फकीर जी आ गए। तो बाबा फरीद जी उत्थे समझाते हैं इवें दा पहरावा करके कोई सूफी नहीं बनता, इवें दा केवल बारों बारों पहरावा पा के कोई मुसलमान नहीं हो सकता। कन मसूला सूफ गल, दिल काते गुड़वात, बाहर दिसे चानना, दिल अंधेरी रात, अंदर हनेरे च डुब्बिया है, तो सिख इहदे तो बाहर नहीं। धन गुरु कलगीधर पातशाह ने पावन बचन कहे ने कि खंडे बाटे की पौध लैनी सिख की पहली रहत है, तो जे रहत बहत विच सिख पक्का नहीं तो फिर इवें दी सिख की लोड़ भी नहीं। उत्थे गुरु साहब जी ने पावन बचन कहे ने, रहत प्यारे मुझको सिख प्यारा ना है। हुण केवल पहरावा पा के नहीं, अंदर की रहत भी रख, भस्म ते ला ली, पर असल विच भस्म भी एक माया है, तो माया के मोह दे विच ते फिर फसिया है। फूटै खापर भीख ना पाए, बंधन बांधिया आवे जाए। खापर, खप्पर आप जी समझो जोगियां ने फड़िया हुंदा भीख मंगण वास्ते। सतगुरु जी कहते हैं कि जोगी जी इन्नी गल तो समझो, जे खप्पर ही टुटिया होवे तो टुटे हुए खप्पर में पहली गल कोई भीख पाउंदा ही नहीं, जे पातवे तो रहिंदी नहीं टिकदी। जेड़ा टुटिया ही होया तो भीख पाए तो टिक जाएगी। फूटा खापर भीख ना पाए, ये जड़ा प्रेम रूपी जड़ा खप्पर है ये तो टुटिया पिया है, अंदर प्रेम तो है ही नहीं। हिरदा रूपी खप्पर जड़ा बनाया तो टुटिया पिया है। इहदे विच जड़ा नाम दे भीख पाउणी सी मंग के वो पैगी कित्थे, टिकेगी कित्थे, क्योंकि प्रेम तो चाहिए है। और धन गुरु कलगीधर पातशाह जी ने पावन वचन कहे ने, सवैयां दे विच आपां रोज़ पढ़ते भी हाँ। और सतगुरु जी कहते हैं बिल्कुल सच की गल है, साच कहूँ
सुन लेहो सबै जिन प्रेम कियो तिन ही प्रभ पायो। कि जोगी जी प्रेम वाला खप्पर तो तुहाडा टुटिया पिया, विचालों ही टुटिया पिया। नाम दे भीख पवाओगे कित्थे ते टिकेगी कित्थे। और सतगुरु जी ने पावन बचन बाणी दे विच कहने, गुरु का सिख है ही हो जिंदे अंदर प्रेम है। और ये पावन बचन कहे ने समझाए भी ने कि जे तो प्रेम खुलन का चाओ, सिर धर तली गली मेरी आओ। प्रेम का रस्ता इन्ना सौखा भी नहीं। सिर वढ़ के तली ते रख सकना तो तां आई, क्योंकि होमे भी तो एक बड़ा वड्डा सिर वढ़न वाला है ना। होमे का सिर वढ़ के आएगा, निमरता विच आएगा, इस गली ते तां पैर रखी। और धन गुरु अमरदास सच्चे पातशाह जी इसे नूं ते कहंदे ने, ये जिहड़े रस्ते ते प्रेम के रस्ते ते चलना है ना, कहंदे खड्डों तिखी वालों निक्की एत मार्ग जाना। भाई गुरु के सिखा एक प्यार वाली जिहड़ी गली है ना, खंडे नालों त्रिखी है, वाल नालों बरीक है, पर चलना इंदे दी पैना है, चल सकना ते आ। धन गुरु नानक देव सच्चे पातशाह कहंदे ने, जोगी जी ये प्रेम वाला खप्पर तो तुहाडा टुटिया पिया है। फूटा खापर भीख ना पाए दे विच भीख पैनी, जे पै गई तो टिकनी। बंधन बांधिया आवे जाए, ये टुटा होया खप्पर लैके जिहड़ा प्यार तो बिना प्यार दे विच टुटिया होया है, इहदे नाल ते सगों बंधनां विच फसोगे। बंधन बांधिया आवे जाए, जमोगे मरोगे आओगे जाओगे। किन्नियां उम्रां वधाओगे, मरना तो आखिर है। और तुसीं गिनती विच 84 सतगुरु जी कहते हैं 84 लाख का गेड़ पैना, कल्ले 84 की गल नहीं। ये आना जाना लग्या रहना जदों तक अंदर प्रेम ना बने। बिंद ना रख है जति कहावै, माई मांगत त्रै लोभावै। हुण सतगुरु जी कहते हैं अपने आप को तुसीं जोगी भी कहते हो, लोग तुहानूं जति भी कहते, लोगों को तुसीं खवाउंदे हो कि सानू जां ते जोगी जी क्या करो या जति जी क्या करो। पर सतगुरु जी कहते हैं काम वासना उनदे विच तुसीं फिर भी फसे। और सतगुरु जी ने पावन बचन कहे ने, घर गृहस्थी छड्ड दित्ती, पर जिहड़ा ध्यान है अंदरों वो काम जिहड़ा अंदरों तो रुके ही नहीं। बनता छोड़ बदल, पर जिहड़ी निगाह है बनता छोड़ बद नज़र पर नारी। पराई इस्त्री ते भैड़ी नज़र रखनी, घरवाली नूं छड्ड दित्ता। और बहुत सारे सानूं ऐसे मिलते हैं, तुसीं देख लो चाहे राजनीति होवे चाहे धर्म की दुनिया होवे, बहुत सारे ऐसे ने कहंदे सी घर छड्ड दित्ता ते बाबे बन गए। बहुत सारे ऐसे कर देते ने विआह किया भी घरवाली छड्ड दित्ती, हुण असीं देश की सेवा करनी है। भी घर की तो सेवा हुई नहीं, जिम्मेवारियां निभाइयां नहीं, हुण देश की जिम्मेवारियां निभाउणियां ने। घर गृहस्थी संभाली नहीं गई, हुण लोकां नूं धर्म का प्रचार करके सुनाउणा है। सतगुरु जी कहंदे ने कि जद तुहाडे तो काम जिहड़ा है उस विच रोकिया नहीं गया, क्योंकि काम तो अखां करके भी अंदर जा रहा है। फिर कहते ने माई मंगत त्रै लुभावे। माई का वैसे अखरी अर्थ प्रोफैसर साहब सिंह ने माया किया है। और कुछ विद्वान करते हैं जेडे घर में जाके मंगते हैं, आवाज़ तिस्तरी मारते हैं, माता जी लियाओ दिओ को सूट कड्डो। माई मंगत मंगन लग्या माता जी कहना है, माँ कहना है, पर फिर जिहड़ी नज़र है वो बद कर लेनी, बद नज़र। त्रै लुभावे, ये त्रै गुणी माया दे विच ते फिर भी तुसीं फस गए। हुण सतगुरु जी कहंदे ने कृपा करके समझा रहे ने, निर्दया नहीं जोत उजाला, बूढ़त बूढ़े सर्ब जंजाला। निर्दया नहीं जोत उजाला। पाठ करने वाले माई भाई जरूर ध्यान दें, निर्दया विश्राम है, नहीं जोत उजाला। जे अंदर दया नहीं, अंदर निर्दयी है, तो ये जिहड़े ज्ञान वाले जोत का अंदर उजाला नहीं होना, अंदर जिहदी जोत जगनी नहीं।
ਪਰ ਤੁਸੀਂ ਤਾਂ ਸਤਿਗੁਰੂ ਜੀ ਕਹਿੰਦੇ ਨਿਰਦਈ ਹੋ, ਤੁਹਾਡੇ ਅੰਦਰ ਤੇ ਦਇਆ ਕੀ। ਬਾਹਰੋਂ ਧਰਮੀ ਵਿਖਾਉਂਦੇ ਪਰ ਦਇਆ ਹੋਵੇ ਨਾ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਪਾਵਨ ਬਚਨ ਕਹੇ ਨੇ, ਜੇ ਦਇਆ ਕਿਸੇ ਦੇ ਅੰਦਰ ਨਹੀਂ ਨਾ ਤੇ ਸੱਚ ਜਾਣਿਓ ਉਹ ਧਰਮੀ ਹੋ ਸਕਦਾ ਹੀ ਨਹੀਂ, ਕਦੇ ਵੀ ਨਹੀਂ ਹੋ ਸਕਦਾ। ਤੇ ਪੁੱਛੀਏ ਕਿਉਂ ਜੀ। ਤੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਪਜੀ ਸਾਹਿਬ ਦੇ ਵਿੱਚ ਸਾਨੂੰ ਰੋਜ਼ ਸਮਝਾਉਂਦੇ ਨੇ ਕਿ ਦੇਖੋ, ਜੇ ਕਿਸੇ ਦੀ ਮਾਂ ਹੀ ਨਾ ਹੋਵੇ ਤੇ ਮਾਂ ਤੋਂ ਬਿਨਾਂ ਕੋਈ ਪੈਦਾ ਹੋ ਸਕਦਾ ਹੈ? ਇਹ ਤਾਂ ਐਸਾ ਕਦੇ ਨਹੀਂ, ਭਾਵੇਂ ਇਤਿਹਾਸ ਦੇ ਵਿੱਚ ਕਹਾਣੀਆਂ ਤਾਂ ਸੁਣਾਈਆਂ ਜਾਂਦੀਆਂ ਨੇ, ਕੋਈ ਕੰਨ ਦੇ ਮੈਲ ਤੋਂ ਹੋ ਗਿਆ, ਕੋਈ ਹਵਾ ਤੋਂ ਹੋ ਗਿਆ, ਪਰ ਹਕੀਕਤ ਇਹ ਗੁਰੂ ਸਾਹਿਬ ਜੀ ਕਹਿੰਦੇ ਨੇ, ਮਾਤ ਪਿਤਾ ਬਿਨ ਬਾਲ ਨਾ ਹੋਈ। ਮਾਂ ਪਿਓ ਤੋਂ ਬਿਨਾਂ ਕਦੇ ਕਿਸੇ ਦਾ ਜਨਮ ਹੋ ਹੀ ਨਹੀਂ ਸਕਦਾ। ਸਤਿਗੁਰੂ ਜੀ ਉੱਥੇ ਸਮਝਾਉਂਦੇ ਨੇ, ਜਿਹੜੀ ਦਇਆ ਹੈ ਨਾ ਭਾਈ, ਦਇਆ ਤੇ ਮਾਂ ਹੈ, ਤੇ ਮਾਂ ਤੋਂ ਧਰਮ ਪੈਦਾ ਹੋਣਾ ਹੈ। ਧੌਲ ਧਰਮ ਦਇਆ ਕਾ ਪੂਤ, ਧਰਮ ਤੇ ਦਇਆ ਦਾ ਪੁੱਤਰ ਹੈ। ਤੇ ਜਿਹਦੇ ਮਾਂ ਹੀ ਨਾ ਹੋਵੇ ਉਹਦੇ ਕੋਲ ਧਰਮ ਕਿੱਥੋਂ ਆ ਜਾਣਾ ਹੈ? ਤੁਹਾਡੇ ਅੰਦਰ ਨਿਰਦਇਆ ਹੈ, ਧਰਮ ਤੁਸੀਂ ਕਮਾ ਹੀ ਨਹੀਂ ਸਕਦੇ, ਧਰਮੀ ਹੋ ਹੀ ਨਹੀਂ ਸਕਦੇ। ਬੂਢਤ ਬੂਢੇ ਸਰਬ ਜੰਜਾਲਾਂ, ਤੁਸੀਂ ਡੁੱਬਦੇ ਹੌਲੀ ਸਾਰੇ ਜੰਜਾਲ ਆਪਣੇ ਆਪ ਹੀ ਆਪਣੇ ਗਲ ਪਾ ਲਏ, ਇਹਨਾਂ ਦੇ ਵਿੱਚ ਡੁੱਬਦੇ ਜਾ ਰਹੇ ਹੋ। ਚੌਪਈ ਦੰਭ ਧਾਰ ਕਰ ਜਗਤ ਖਰਾਬੋ, ਲੋਕਣ ਮਹਿ ਨਿਜ ਮਾਨ ਵਧਾਵੋ। ਸਤਿਗੁਰੂ ਜੀ ਕਹਿੰਦੇ ਨੇ, ਦੰਭ ਧਾਰ ਕੇ ਪਖੰਡ ਕਰ ਕਰਕੇ ਕੇਵਲ ਲੋਕਾਂ ਨੂੰ ਵਿਖਾ ਰਹੇ ਹੋ। ਔਰ ਗੁਰੂ ਸਾਹਿਬ ਤੇ ਉਹਨਾਂ ਨੂੰ ਸੀਸਾ ਵਿਖਾ ਰਹੇ ਨੇ, ਹੈ ਤੇ ਪਖੰਡ। ਕਿਉਂਕਿ ਸਾਡੇ ਵਰਗੇ ਤੇ ਮੰਨ ਜਾਂਦੇ ਨੇ ਬਾਬਾ ਜੀ ਕਰਕੇ ਲੱਗ ਜਾਂਦੇ ਨੇ ਪਿੱਛੇ, ਪਰ ਸਤਿਗੁਰੂ ਜੀ ਕਹਿੰਦੇ ਨੇ ਲੋਕਾਂ ਨੂੰ ਪਖੰਡ ਕਰਕੇ ਵਿਖਾ ਰਹੇ ਹੋ। ਲੋਕਣ ਮਹਿ ਨਿਜ ਮਾਨ ਵਧਾਓ, ਕਿ ਲੋਕਾਂ ਦੇ ਵਿੱਚ ਸਾਡਾ ਮਾਣ, ਸਾਡੀ ਇੱਜ਼ਤ ਵਡਿਆਈ ਜਿਹੜੀ ਵੱਧਦੀ ਰਹੇ। ਇੱਕ ਤੇ ਪਖੰਡ ਕਰਕੇ ਵਿਖਾਉਣਾ, ਤੇ ਦੂਜੋ ਫਿਰ ਡਰਾਵੇ ਦੇ ਕੇ ਆਪਣੇ ਪਿੱਛੇ ਲਾਉਣਾ। ਨਾ ਮੰਨੋਗੇ ਤੇ ਅਸੀਂ ਮੰਤਰ ਪੜ੍ਹ ਕੇ ਇਹ ਕੁਛ ਕਰ ਦੇਂਗੇ। ਐਸੇ ਬਹੁਤ ਸਾਰੇ ਪਿੰਡਾਂ 'ਚ ਅੱਜ ਵੀ ਹੁੰਦੇ ਨੇ। ਖੈਰ ਸਤਿਗੁਰੂ ਜੀ ਕਿਰਪਾ ਕਰਕੇ ਤੇ ਸਮਝਾ ਰਹੇ ਨੇ, ਵੇਖ ਪੂਰਨ ਹੈ ਹਿਰਦੈ ਕਮਾਵੋ, ਨਾਮ ਜਪੇ ਬਿਨ ਕਿਉਂ ਸੱਚ ਪਾਵੋ। ਸਤਿਗੁਰੂ ਜੀ ਕਹਿੰਦੇ ਨੇ, ਭਾਈ ਇਹ ਪਹਿਰਾਵਾ ਕੂੜ ਹੈ। ਵੇਖ ਪੂਰ ਨਹਿ ਹਿਰਦੈ ਕਮਾਵੋ, ਜੋ ਪਹਿਰਾਵਾ ਪਾਇਆ ਧਾਰਨ ਕੇ ਤੈਨੂੰ ਅੰਦਰੋਂ ਤੇ ਤੁਸੀਂ ਕਮਾਉਂਦੇ। ਜੇ ਸਵਾਹ ਤਨ ਤੇ ਮਲੀ ਹੈ, ਇਹ ਇੱਕ ਪ੍ਰਤੀਕ ਸੀ ਨਿਮਰਤਾ ਦਾ, ਪਰ ਨਿਮਰਤਾ ਦੇ ਤੁਹਾਡੇ ਨੇੜੇ ਤੇੜੇ ਕੋਈ ਹੰਕਾਰ ਦਿੱਤੀ ਸੀ ਤੇ ਬਿਲਕੁਲ ਉੱਤੇ ਚੜ੍ਹ ਕੇ ਬੈਠੇ ਹੋ। ਵੇਖ ਕੂਰ ਨਹਿ ਹਿਰਦੈ ਕਮਾਵੋ। ਤੇ ਸਤਿਗੁਰੂ ਜੀ ਕਹਿੰਦੇ ਨੇ, ਤੱਤ ਦੀ ਗੱਲ ਪਤਾ ਕੀ ਜੇ, ਨਾਮ ਜਪੇ ਬਿਨ ਕਿਉਂ ਸੱਚ ਪਾਵੋ। ਨਾਮ ਤੋਂ ਬਿਨਾਂ, ਸਿਮਰਨ ਤੋਂ ਬਿਨਾਂ ਸੱਚ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸੱਚ ਪਰਮੇਸ਼ਰ ਹੈ, ਸੱਚ ਰੱਬ ਹੈ। ਨਾਮ ਤੋਂ ਬਿਨਾਂ ਸੱਚ ਨੂੰ ਨਹੀਂ ਪਾਇਆ ਜਾ ਸਕਦਾ। ਜਗਤ ਅਸਤ ਲਖਤ ਹੈ ਜੋ, ਮਾਣ ਹੇਤ ਦੰਭ ਕਰੇ ਨਾ ਸੋਊ। ਸਤਿਗੁਰੂ ਜੀ ਕਹਿੰਦੇ ਨੇ, ਜੋਗੀ ਜੀ ਜਿਹੜਾ ਇਸ ਸੰਸਾਰ ਨੂੰ ਅਸਤ ਸਮਝਦਾ ਹੈ ਨਾ, ਪੂਰਾ ਹੈ ਅਸਤ, ਹੈ ਝੂਠ। ਜਿਹੜਾ ਸੰਸਾਰ ਨੂੰ ਝੂਠ ਸਮਝਦਾ, ਅਸਲ ਵਿੱਚ ਸੱਚ ਨੂੰ ਉਹ ਪ੍ਰਾਪਤ ਕਰ ਸਕਦਾ ਹੈ। ਮਾਨ ਹੇਤ ਦੰਭ ਕਰੇ ਨਾ ਕੂ। ਉਹ ਮਾਣ ਵਡਿਆਈ ਆਪਣੀ ਵਧਾਉਣ ਵਾਸਤੇ ਤੁਹਾਡੇ ਤਰ੍ਹਾਂ ਪਖੰਡ ਕਰ ਕਰਕੇ ਨਹੀਂ ਵਿਖਾਉਂਦਾ। ਇੱਕ ਮਨ ਹੈ ਜੋ ਨਾਮ ਜਪਾਹੀ, ਮਿਲ ਹੈ ਸੋ ਨਾਮੀ ਕੇ ਮਾਹੀ। ਕਿਉਂਕਿ ਸਤਿਗੁਰੂ ਦੇ ਬਾਣੀ ਨੇ ਪਾਵਨ ਬਚਨ ਵੀ ਕਹੇ ਨੇ ਕਿ ਬਾਹਰੋਂ ਪਹਿਰਾਵਾ ਧਰਮੀਆਂ ਵਾਲਾ ਪਾ ਲੈਣਾ, ਅੰਦਰ ਇੱਕ ਕਾਮ ਕ੍ਰੋਧ ਲੋਭ ਹੰਕਾਰਿਕ ਚੋਰ ਜਿਹੜੇ ਨੇ, ਇਹਨਾਂ ਨੂੰ ਫੜ ਕੇ ਰੱਖਿਆ ਹੋਵੇ। ਤੇ ਇਵੇਂ ਦੇ ਨੂੰ ਸਤਿਗੁਰੂ ਜੀ ਨੇ ਪਾਵਨ ਬਚਨ ਕਹੇ ਨੇ, ਜਿਨ ਮਨ ਹੋਰ ਮੁੱਖ ਹੋਰ, ਮਨ ਵਿੱਚ ਕੁਝ ਹੋਰ ਹੈ। ਮੂੰਹ ਤੋਂ ਸੁਣਾਉਂਦੇ ਨੇ ਕਿ ਅਸੀਂ ਜੋਗੀ, ਅਸੀਂ ਸੰਤ, ਅਸੀਂ ਬਾਬੇ, ਅਸੀਂ ਰੱਬ ਦੇ ਨਾਲ ਮਿਲੇ ਹੋਏ, ਪਰ ਸਤਿਗੁਰੂ ਜੀ ਕਹਿੰਦੇ ਨੇ ਅਸਲ ਵਿੱਚ ਹੈ ਬਿਲਕੁਲ ਹੀ ਕੱਚੇ ਨੇ। ਜਿਨ ਮਨ ਹੋਰ ਮੁੱਖ ਹੋਰ, ਸੇ ਕਾਂਢੇ ਕੱਚੇ ਆ। ਹੁਣ ਸਤਿਗੁਰੂ ਜੀ ਕਿਰਪਾ ਕਰਦੇ ਨੇ, ਭਾਈ ਨਹੀਂ, ਇੱਕ ਮਨ ਹੈ ਜੋ ਨਾਮ ਜਪਾਹੀ,
ਜਿਹੜੇ ਨਾਮ ਜਪਦੇ ਨੇ ਸੱਚਮੁੱਚ ਫਿਰ ਇੱਕ ਮਨ ਹੋ ਕੇ ਜੇ ਜਪਦੇ ਨੇ। ਮਿਲ ਹੈ ਸੋ ਨਾਮੀ ਕੇ ਮਾਹੀ, ਜਿੰਦੇ ਨਾਮ ਨੂੰ ਜਪਦੇ ਨੇ ਉਸ ਨਾਮੀ ਦੇ ਵਿੱਚ ਉਹ ਹੀ ਜਾ ਕੇ ਸਮੁੰਦੇ ਨੇ। ਨਾਮੀ ਜਿੰਦਾ ਨਾਮ ਜਪਦੇ ਨੇ ਰੱਬ ਨੂੰ, ਸੱਚ ਦੇ ਵਿੱਚ ਉਹ ਸਮਾ ਜਾਂਦੇ ਨੇ, ਰੱਬ ਦੇ ਵਿੱਚ ਲੀਨ ਹੋ ਜਾਂਦੇ ਨੇ। ਸੁਣਤ ਸ਼ਬਦ ਸਿੱਧ ਸਰਬ ਲਜਾਏ, ਦੂਸ਼ਣ ਭਏ ਨਾ ਉਤਰ ਆਏ। ਸਤਿਗੁਰੂ ਜੀ ਦੇ ਪਾਵਨ ਸ਼ਬਦ ਸੁਣ ਕੇ ਜਿਹੜੇ ਤੇ ਸੱਚਮੁੱਚ ਸਮਝ ਗਏ ਉਹ ਤਾਂ ਬੜੇ ਸ਼ਰਮਿਸ਼ਾਰ ਹੋਏ। ਇੱਕ ਵਾਰੀ ਸਾਰੇ ਚੁੱਪ ਹੋ ਗਏ, ਅੱਗੋਂ ਕਿਸੇ ਨੂੰ ਕੋਈ ਸਵਾਲ ਨਹੀਂ ਆਇਆ। ਉੱਤਰ ਤੇ ਆਉਣਾ ਕਿੱਥੇ ਸੀ, ਸਵਾਲ ਵੀ ਨਹੀਂ ਆਇਆ ਕਿ ਹੁਣ ਪੁੱਛੀਏ ਕੀ ਤੇ ਇਹਦਾ ਉੱਤਰ ਕੀ ਦਈਏ। ਕਰੇ ਆਦੇਸ਼ ਆਦੇਸ਼ ਬਹੋਰੇ, ਗਏ ਸਿੱਧ ਸਭ ਔਰੈ ਠੋਰੀ। ਬਸ ਉੱਥੇ ਝੁੱਕ ਕੇ ਸਾਰਿਆਂ ਨੇ ਆਦੇਸ਼ ਆਦੇਸ਼ ਕਿਹਾ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਫਿਰ ਕਹਿੰਦੇ ਨੇ ਭਾਈ ਨਹੀਂ, ਆਦੇਸ਼ ਤਿਸੇ ਆਦੇਸ਼, ਆਦੇਸ਼ ਕਰਨਾ ਤਾਂ ਉਹਨੂੰ ਕਰੋ ਜਿੰਦਾ ਸਾਰਿਆਂ 'ਤੇ ਹੁਕਮ ਚੱਲਦਾ ਹੈ। ਆਦੇਸ਼ ਉਸ ਰੱਬ ਨੂੰ ਹੈ। ਇਹਨਾਂ ਨਮਸਕਾਰ ਕੀਤੀ ਸਤਿਗੁਰੂ ਜੀ ਨੂੰ ਤੋਂ ਛੱਡ ਕੇ ਇਹ ਜਿਹੜੇ ਸਿੱਧ ਨੇ ਫਿਰ ਅੱਗੇ ਕਿਤੇ ਹੋਰ ਥਾਂ 'ਤੇ ਚਲੇ ਗਏ। ਗੋਰਖ ਮਤਾ ਨਾਮ ਇੱਕ ਥਾਨਾ, ਤਹਾਂ ਜਾਏ ਕੀਏ ਆਸਣ ਠਾਨਾ। ਉੱਥੋਂ ਅੱਗੇ ਗੋਰਖ ਮਤਾ ਇੱਕ ਥਾਂ ਹੈ। ਇਹ ਸਾਰੇ ਸਿੱਧ ਜਾ ਕੇ ਉੱਥੇ ਗੋਰਖ ਮਤੇ ਆਪੋ ਆਪਣੇ ਆਸਣ ਲਾ ਕੇ ਬੈਠ ਗਏ। ਕਿਨਹੂ ਤਾਰ ਮ੍ਰਿਗ ਛਾੜ ਡਸਾਈ, ਕਿਨ ਬੈਰਾਗਣ ਪੂਜਾ ਉਠਾਈ। ਕਹਿੰਦੇ ਉੱਥੇ ਆਸਣ ਲਾਉਣ ਵਾਸਤੇ ਕਿਸੇ ਜੋਗੀ ਨੇ ਮਿਰਗਸ਼ਾਲਾ ਥੱਲੇ ਵਿਛਾ ਲਈ, ਕਿਸੇ ਨੇ ਬਰਾਗਣ ਹੱਥ ਵਿੱਚ ਫੜ ਲਈ। ਪਸਮ ਸੰਗ ਅੰਗੇ ਸਿਤਰੰਗਾ, ਦੂਸ਼ਣ ਬੈਠੇ ਮਾਨ ਉਤੰਗਾ। ਪਰ ਜਿਹੜੀ ਭਸਮ ਦੇ ਬਾਰੇ ਗੁਰੂ ਸਾਹਿਬ ਜੀ ਨੇ ਹੁਣੇ ਸਮਝਾ ਕੇ ਭੇਜਿਆ ਸੀ, ਕਈਆਂ ਨੇ ਉਹ ਭਸਮ ਜਾ ਕੇ ਫਿਰ ਚੰਗੀ ਤਰ੍ਹਾਂ ਚਿੱਟੀ ਸੁਆ ਸਾਰੇ ਪਿੰਡ ਦੇ ਚੰਗੀ ਤਰ੍ਹਾਂ ਮਲੀ। ਐਨ ਚੁੱਪ ਹੋ ਕੇ ਇੱਕ ਵਾਰੀ ਸਾਰੇ ਬੈਠ ਗਏ। ਤਿੰਨ ਪਾਛੇ ਕੇਤਕ ਚਿਰ ਕਾਲਾ, ਤਹਾਂ ਪਹੁੰਚੇ ਜਾਇ ਕਿਰਪਾਲਾ। ਕਹਿੰਦੇ ਕਿਰਪਾਲੂ ਸਤਿਗੁਰੂ ਜੀ ਥੋੜ੍ਹੀ ਦੇਰ ਬਾਅਦ ਜਿੱਥੇ ਗੋਰਖ ਮਤੇ ਸਾਰੇ ਗਏ ਸਨ ਉਸ ਥਾਂ 'ਤੇ ਸਤਿਗੁਰੂ ਜੀ ਵੀ ਪਹੁੰਚ ਗਏ। ਸਭ ਕੋ ਕੀਨ ਆਦੇਸ਼ ਆਦੇਸ਼ਾ, ਬੈਠਿਓ ਜਹਤ ਬਹੁਰ ਜਗਤੇਸ਼ਾ। ਕਹਿੰਦੇ ਸਤਿਗੁਰੂ ਜੀ ਨੇ ਉੱਥੇ ਜਾ ਕੇ ਸਾਰੇ ਜੋਗੀਆਂ ਨੂੰ ਫਿਰ ਕਿਹਾ ਕੋਈ ਆਦੇਸ਼ ਆਦੇਸ਼ ਕਈਆਂ ਨੇ ਤਾਂ ਕੋਈ ਜਵਾਬ ਦਿੱਤਾ, ਕਈ ਸੜ ਪੜ ਕੇ ਫਿਰ ਕੋਲ ਹੋ ਗਏ। ਇਹ ਤਾਂ ਸਾਡੇ ਪਿੱਛੇ ਇੱਥੇ ਵੀ ਆ ਗਏ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉੱਥੇ ਬੈਠ ਗਏ ਨੇ। ਸੁਕੋ ਬਿਰਖ ਉਤੋਂ ਤਹ ਏਕੋ, ਤਹ ਤਰ ਬੈਠੇ ਜਲਤ ਬੇਕੂ। ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਿਹੜੇ ਰੁੱਖ ਦੇ ਥੱਲੇ ਬੈਠੇ, ਰੁੱਖ ਬਿਲਕੁਲ ਸੁੱਕਿਆ ਹੋਇਆ, ਇੱਕ ਵੀ ਉੱਤੇ ਪੱਤਾ ਨਹੀਂ, ਟਾਹਣੀਆਂ ਸੁੱਕੀਆਂ ਹੋਈਆਂ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉਸ ਰੁੱਖ ਦੇ ਥੱਲੇ ਬੈਠੇ ਨੇ। ਸੋ ਚਲ ਦਲ ਕੋ ਤਰ ਤਤਕਾਲਾ, ਹਰਿਓ ਹੋਤ ਪਾ ਪ੍ਰਤ ਵਿਸਾਲਾ। ਤੇ ਇਹ ਰੁੱਖ ਜਿਹੜਾ ਪਿੱਪਲ ਦਾ ਸੀ, ਪਿੱਪਲ ਦਾ ਰੁੱਖ ਸੁੱਕਿਆ ਹੋਇਆ, ਬਿਲਕੁਲ ਇੱਕ ਵੀ ਪੱਤਾ ਉੱਤੇ ਨਹੀਂ। ਧੰਨ ਗੁਰੂ ਨਾਨਕ ਦੇਵ ਜੀ ਥੱਲੇ ਜਾ ਕੇ ਬੈਠੇ ਤੇ ਉਸੇ ਵੇਲੇ ਜਿਹੜਾ ਪਿੱਪਲ ਦਾ ਰੁੱਖ ਹੈ ਨਵੇਂ ਨਵੇਂ ਪੱਤੇ ਨਿਕਲ ਆਏ, ਟਾਹਣੀਆਂ ਹਰੀਆਂ ਭਰੀਆਂ ਹੋ ਗਈਆਂ। ਰੁੱਖ ਜਿਹੜਾ ਐਨ ਹਰਿਆਵਲ, ਉਹਨੇ ਸਾਰੇ ਪਾਸੇ ਹਰਾਵਲ ਖਿਲਾਰ ਦਿੱਤੀ। ਅਲੋਕਤ ਬਿਸਮੇ ਸਿਧ ਮਾਨੀ, ਕਰੇ ਅਸੂਇਆ ਬੋਲੇ ਬਾਨੀ। ਪਰ ਕਈਆਂ ਦੇ ਅੰਦਰ, ਕਈਆਂ ਨੇ ਤਾਂ ਗੁਰੂ ਸਾਹਿਬ ਦੀ ਮਹਿਮਾ ਦੇਖੀ ਤੇ ਜਿਹੜੇ ਮੰਗਲਨਾਥ ਵਰਗੇ ਸਨ ਉਹ ਤਾਂ ਪਹਿਲੋਂ ਵੀ ਜਾਣਦੇ ਸਨ। ਉਹਨਾਂ ਤੇ ਮਹਿਮਾ ਵੇਖ ਕੇ ਸਤਿਗੁਰੂ ਦੇ ਚਰਨਾਂ 'ਚ ਸੀਸ ਝੁਕਾਇਆ। ਪਰ ਬਹੁਤੇ ਸਾਰੇ ਇਹਨਾਂ ਦੇ ਵਿੱਚ ਉਹ ਸਨ ਜਿਹੜੇ ਹੰਕਾਰੀ ਨੇ, ਉਹ ਈਰਖਾ ਦੀ ਅੱਗ ਵਿੱਚ ਸਗੋਂ ਸੜ ਕੇ ਨਾਲੇ ਤੇ ਹੈਰਾਨ ਹੋ ਗਏ ਕਿ ਇਹ ਰੁੱਖ ਜਿਹੜਾ ਬਿਲਕੁਲ ਸੁੱਕਿਆ ਪਿਆ ਸੀ ਹਰਾ ਹੋ ਗਿਆ, ਨਾਲੇ ਈਰਖਾ ਦੀ ਅੱਗ ਵਿੱਚ ਸੜ ਗਏ ਨੇ। ਸਿੱਖਿਆ ਲੈ ਤੂੰ ਪਾਸਕ ਕਹੇ ਕੋ,
हमको नाम बतावे ते को। ਹੁਣ ਇਹ ਜਿਹੜੇ ਹੰਕਾਰ ਦੇ ਨਾਲ ਭਰੇ ਹੋਏ ਨੇ, ਔਰ ਇਹਨਾਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਜਿਹੜਾ ਸਿੱਧਾ ਸਵਾਲ ਕੀਤਾ, ਪੂਰੇ ਤੂੰ ਕਰਕੇ ਬੋਲਦੇ ਨੇ, ਬਾਲਕ ਕਰਕੇ ਪਾਲਾ ਕਰਕੇ ਬੋਲਦੇ ਨੇ ਕਿ ਇਹ ਦੱਸ ਵੀ ਤੂੰ ਸਿੱਖਿਆ ਕਿਹਦੇ ਤੋਂ ਲਈ ਹੈ, ਤੇਰਾ ਗੁਰੂ ਕੌਣ ਹੈ, ਸਾਨੂੰ ਉਹਦਾ ਨਾਂ ਤੇ ਦੱਸੋ। ਕਿਸ ਦੁੱਖ ਤੇ ਔਰ ਭਇਓ ਉਦਾਸਾ, ਜਿਹ ਡਰ ਕਰ ਨਹਿ ਜਾਹੇ ਅਵਾਸਾ। ਹੁਣ ਜਿਵੇਂ ਦੇ ਇਹਨਾਂ ਦੇ ਆਪਣੇ ਅੰਦਰ ਸੋਚ ਹੈ, ਜਿਵੇਂ ਆਪਣੇ ਘਰਾਂ ਨੂੰ ਛੱਡ ਕੇ ਆਏ ਨੇ, ਉਵੇਂ ਦੇ ਸਵਾਲ ਕੀਤਾ। ਕਹਿੰਦੇ ਕਿਸ ਦੁੱਖ ਤੇ ਔਰ ਭਇਓ ਉਦਾਸਾ, ਕਿ ਤੁਹਾਨੂੰ ਕੋਈ ਦੁੱਖ ਲੱਗਿਆ ਹੈ, ਕਿ ਤੁਸੀਂ ਜਿਹੜੇ ਉਦਾਸੀ ਬਣ ਗਏ, ਉਦਾਸੀਆਂ ਵਾਲਾ ਪਹਿਰਾਵਾ ਪਾ ਲਿਆ, ਕੋਈ ਦੁੱਖ ਲੱਗਿਆ ਹੈ। ਜਿਹ ਡਰ ਕਰ ਨਹਿ ਜਾਏ ਅਵਾਸਾ, ਕਿ ਜਿਹੜੇ ਦੁੱਖ ਤੋਂ ਡਰਦੇ ਆ ਜਾਂ ਕਿਸੇ ਬਿਮਾਰੀ ਤੋਂ ਡਰਦੇ ਆ, ਤੁਸੀਂ ਆਪਣੇ ਘਰ ਨਹੀਂ ਜਾਂਦੇ ਕਿਉਂਕਿ ਹੋ ਤੇ ਗ੍ਰਸਤੀ। ਅਤੇ ਜਿਹੜੇ ਕੱਪੜੇ ਨੇ ਉਹ ਤੁਸੀਂ ਜੋਗੀਆਂ ਵਾਲੇ ਪਾਏ ਨੇ, ਉਦਾਸੀਆਂ ਵਾਲੇ ਪਾਏ ਨੇ, ਕਿਸੇ ਤਰ੍ਹਾਂ ਦਾ ਕੋਈ ਡਰ ਹੈ। ਵਿਚਰਤ ਰਹਿ ਨਹੀਂ ਨਿਤ ਜਾਈ, ਸਥਿਤ ਥਾਏ ਨ ਪਾਵੇਂ ਕਾਈ। ਹੁਣ ਇਹ ਜੋਗੀ ਕਹਿੰਦੇ ਨੇ ਕਿਉਂਕਿ ਤੁਸੀਂ ਇੱਕ ਥਾਂ 'ਤੇ ਟਿਕਦੇ ਨਹੀਂ, ਔਰ ਫਿਰ ਬੇਨਤੀ ਕਰਦੇ ਉਹ ਤਾਂ ਬਚਨ ਤੂੰ ਕਰਕੇ ਬੋਲਦੇ ਨੇ ਕਿ ਤੁਸੀਂ ਇੱਕ ਥਾਂ 'ਤੇ ਟਿਕਦੇ ਨਹੀਂ। ਵਿਚਰਤ ਰਹਿ ਨਹੀਂ ਨਿਤ ਜਾਈ, ਕਿ ਸਾਡੇ ਪਿੱਛੇ ਪਿੱਛੇ ਵੀ ਆ ਕੇ ਨਿਤ ਨਵੀਂ ਤੋਂ ਨਵੀਂ ਥਾਂ 'ਤੇ ਜਾਂਦੇ, ਇੱਕ ਥਾਂ 'ਤੇ ਤੁਹਾਨੂੰ ਟਿਕਾਣਾ ਨਹੀਂ ਮਿਲਦਾ। ਤੋ ਮੈਂ ਹੈ ਜੋਰ ਸ਼ਕਤ ਕੋਹ ਕੀਤਾ, ਸੁਣ ਬੋਲੇ ਬੇਤੀ ਕੁਲ ਕੀਤਾ। ਅਤੇ ਕਈਆਂ ਨੇ ਵਿੱਚੋਂ ਬੋਲ ਕੇ ਕਿਹਾ ਕਿ ਦੱਸੋ ਕਿੰਨੀ ਕੁ ਸ਼ਕਤੀ ਤੁਹਾਡੇ ਵਿੱਚ ਹੈ। ਕਰਾਮਾਤਾਂ ਤਾਂ ਬੜੀਆਂ ਵੇਖੀਆਂ, ਪਰ ਜਿਹੜੇ ਹੰਕਾਰ ਦੇ ਵਿੱਚ ਆਏ ਹੁੰਦੇ ਨੇ ਉਹ ਵੇਖ ਕੇ ਵੀ ਫਿਰ ਸਮਝਦੇ ਨਹੀਂ। ਤੋ ਮੈਂ ਜੋਰ ਸ਼ਕਤ ਕਹੋ ਕੀਤਾ, ਦੱਸੋ ਕਿੰਨੀਆਂ ਕੁ ਸ਼ਕਤੀਆਂ ਨੇ, ਕਿੰਨਾ ਕੁ ਜ਼ੋਰ ਹੈ। ਇਹ ਸਾਰਾ ਸੁਣ ਕੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਪਾਵਨ ਬਚਨ ਕਹੇ। ਦੋਹਰਾ ਮਨ ਬਚ ਕਰਮ ਸਿੱਖ ਸਾਚ ਕੋ, ਜਿਸ ਤੇ ਬੜਾ ਨਾ ਕੋਏ। ਸਤਿਗੁਰੂ ਜੀ ਕਹਿੰਦੇ ਨੇ ਤੁਸੀਂ ਸਭ ਤੋਂ ਪਹਿਲਾਂ ਸਵਾਲ ਕੀਤਾ ਕਿ ਸਿੱਖਿਆ ਕਿਹਦੇ ਤੋਂ ਲਈ, ਗੁਰੂ ਕੌਣ ਹੈ। ਔਰ ਸਤਿਗੁਰੂ ਜੀ ਦਾ ਪਾਵਨ ਬਚਨ ਸਿੱਧ ਗੋਸ਼ਟ ਵਿੱਚ ਤੇ ਆਪਾਂ ਪੜ੍ਹਦੇ ਸਭ ਨੂੰ ਚੇਤੇ ਹੈ ਕਿ ਸ਼ਬਦ ਗੁਰੂ ਸੁਰ ਤੋਂ ਧੁਨ ਚੇਲਾ, ਕਿ ਸਾਡਾ ਗੁਰੂ ਕੋਈ ਸਰੀਰ ਨਹੀਂ, ਸ਼ਬਦ ਗਿਆਨ ਹੀ ਗੁਰੂ ਹੈ, ਅਤੇ ਜਿਹੜੀ ਸੁਰਤ ਹੈ ਉਹ ਚੇਲਾ ਹੈ। ਇੱਥੇ ਗੁਰੂ ਸਾਹਿਬ ਜੀ ਕੋਈ ਪਾਵਨ ਬਚਨ ਕਹਿ ਰਹੇ ਨੇ, ਇਹ ਕਵੀ ਸੰਤੋਖ ਸਿੰਘ ਦੇ ਬੋਲ ਨੇ। ਮਨ ਬਚ ਕਰਮ ਸਿੱਖ ਸਾਚ ਕੋ, ਕਹਿੰਦੇ ਮਨ ਕਰਕੇ, ਬਚਨਾ ਕਰਕੇ ਅਤੇ ਕਰਮਾਂ ਕਰਕੇ ਅਸੀਂ ਸਿੱਖ ਕੇਵਲ ਇੱਕੋ ਸੱਚ ਦੇ ਹਾਂ, ਓਅੰਕਾਰ ਦੇ ਸਿੱਖ ਹਾਂ, ਸ਼ਬਦ ਦੇ ਸਿੱਖ ਹਾਂ। ਮਨ ਬਚ ਕਰਮ ਸਿੱਖ ਸਾਚ ਕੋ, ਜਿਸ ਤੇ ਬੜਾ ਨਾ ਕੋਈ, ਉਹਦੇ ਸਿੱਖ ਹਾਂ ਜਿੰਦੇ ਤੋਂ ਵੱਡਾ ਕੋਈ ਨਹੀਂ। ਉਹ ਸ਼ਬਦ ਦੇ ਸਿੱਖ ਹਾਂ ਜਿੰਦੇ ਤੋਂ ਵੱਡਾ ਕੋਈ ਨਹੀਂ। ਸਤਿਆ ਸ਼ਬਦ ਕੋ ਵੇਖੜੇ, ਬੰਧਨ ਭਾਵ ਕੇ ਕੋਏ। ਸੱਚ ਦਾ ਸ਼ਬਦ ਲੈ ਕੇ ਇਹ ਸ਼ਬਦ ਦਾ ਹੀ ਭੇਖ ਧਾਰਨ ਕੀਤਾ ਹੈ। ਇਹ ਕੱਪੜੇ ਜਿਹੜੇ ਤੁਹਾਨੂੰ ਦਿਸਦੇ ਨੇ ਅਸਲ ਵਿੱਚ ਇਹ ਕੱਪੜੇ ਕੇਵਲ ਵਿਖਾਲਾ ਨਹੀਂ। ਕੱਪੜੇ ਤਾਂ ਕਦੇ ਗੁਰੂ ਸਾਹਿਬ ਜੀ ਪਾਉਂਦੇ ਨੇ ਜੋਗੀਆਂ ਵਾਲੇ, ਕਦੇ ਪਾਉਂਦੇ ਨੇ ਸੰਸਾਰੀਆਂ ਵਾਲੇ। ਔਰ ਸਰੀਰ ਦੇ ਜਿਹੜੀ ਉਮਰ ਦਾ ਤਗਾਜ਼ਾ ਜਦੋਂ ਆਪਾਂ ਲਾਈਏ ਅੰਦਾਜ਼ਾ, ਅਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਪਿਛਲੇ 18 ਸਾਲ ਉਹਨਾਂ ਦਾ ਪਹਿਰਾਵਾ ਜਿਹੜਾ ਆਮ ਤੌਰ 'ਤੇ ਸੀ, ਉਹ ਲੱਕ ਦੀ ਧੋਤੀ ਬੰਨ੍ਹਦੇ ਸਨ, ਇੱਕ ਪਰਨਾ ਸਿਰ 'ਤੇ ਬੰਨ੍ਹਦੇ ਸਨ, ਇੱਕ ਮੋਢੇ 'ਤੇ ਰੱਖਦੇ ਸਨ। ਔਰ ਫੋਟੋਆਂ ਗੁਰੂ ਸਾਹਿਬ ਦੀਆਂ ਵੈਸੇ ਤਾਂ ਬੜੀਆਂ ਵਿਖਾਈਆਂ ਜਾਂਦੀਆਂ ਨੇ, ਪਰ ਇਹ ਹੱਡ-ਬੁਣ ਦੀਆਂ ਬਹੁਤ ਘੱਟ ਨੇ। ਔਰ ਫੋਟੋ ਦੇ ਵਿੱਚ ਗੁਰੂ ਦੇ ਸਿੱਖ ਨੂੰ ਕੋਈ ਯਕੀਨ ਕਰਨਾ ਵੀ ਨਹੀਂ ਚਾਹੀਦਾ, ਕਿਉਂਕਿ ਮਨੋਕਲਪਤ ਬਣਾਈਆਂ ਹੋਈਆਂ ਫੋਟੋ ਨਾਲ ਸਾਡਾ ਵਾਹ ਵਾਸਤਾ ਨਹੀਂ। ਪਰ ਸਤਿਗੁਰੂ ਜੀ ਕਿਰਪਾ ਕਰਦੇ ਨੇ ਵੀ ਸਾਡਾ ਤੇ ਸੱਤਿਆ ਸ਼ਬਦ ਕੋ ਵੇਖ, ਸਾਡਾ ਪਹਿਰਾਵਾ ਤੇ ਸੱਚ ਦਾ ਹੈ, ਸ਼ਬਦ ਦਾ ਹੈ। ਸੱਤਿਆ ਸ਼ਬਦ ਕੋ ਵੇਖ ਲੈ ਬੰਧਨ ਭਵ ਕੇ ਕੋਏ। ਤੇ ਇਹ ਸੱਚ ਦਾ ਪਹਿਰਾਵਾ ਪਾ ਕੇ
ਸੰਸਾਰ ਦੇ ਇਹ ਜਿਹੜੇ ਕਾਮ ਕ੍ਰੋਧ ਆਦਿਕ ਜਿਹੜੇ ਬੰਧਨ ਨੇ ਨਾ, ਇਹਨਾਂ ਸਾਰੇ ਤੋਂ ਛੁਟਕਾਰਾ ਪਾ ਲਿਆ ਹੈ। ਇਹਨਾਂ ਬੰਧਨਾਂ ਨੂੰ ਦੂਰ ਕਰ ਦਿੱਤਾ, ਇਹਨਾਂ ਤੋਂ ਅਸੀਂ ਮੁਕਤ ਹੋ ਗਏ ਹਾਂ। ਹਉ ਗਰੀਬ ਨਹਿ ਸ਼ਕਤੀ ਮੋਹ ਮਹਿ ਵਿਚਰ ਬਲੋਕੋ ਜਗ ਕੋ ਜਹ ਤਹਿ। ਤੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਜਿਹੜੇ ਆਪ ਪਰਮੇਸ਼ਰ ਨੇ, ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰੇ ਉੱਪਰ ਇੰਨੀ ਨਿਮਰਤਾ ਦੇ ਵਿੱਚ ਕਹਿ ਰਹੇ ਨੇ ਕਿ ਜੋਗੀ ਜੀ ਸਾਡੇ ਕੋਲ ਸ਼ਕਤੀਆਂ ਕਿੱਥੇ ਨੇ, ਮੈਂ ਤੇ ਗਰੀਬ ਜਿਹਾ ਹਾਂ। ਹਉ ਗਰੀਬ ਨਹਿ ਸ਼ਕਤ ਮੋਹ ਮੈਂ, ਸਾਡੇ ਕੋਲ ਆਪਣੀ ਕੋਈ ਸ਼ਕਤੀ ਨਹੀਂ, ਮੈਂ ਤੇ ਗਰੀਬ ਜਿਹਾ ਹਾਂ। ਸ਼ਕਤੀਆਂ ਤਾਂ ਤੁਸੀਂ ਲਈ ਫਿਰਦੇ ਜੀ। ਸਾਡੇ ਕੋਲ ਤਾਂ ਇੱਕ ਕੇਵਲ ਨਾਮ ਹੈ, ਉਹ ਪਰਮੇਸ਼ਰ ਦਾ ਨਾਮ ਹੀ ਹੈ। ਵਿਚਰ ਬਿਲੋਕੋਂ ਜਗ ਕੋ ਜਹ ਤਹਿ। ਤੇ ਸਾਨੂੰ ਘਰ ਗ੍ਰਸਤੀ ਤੋਂ ਕੋਈ ਡਰ ਨਹੀਂ, ਘਰ ਗ੍ਰਸਤੀ ਦਾ ਕੋਈ ਦੁੱਖ ਨਹੀਂ। ਬਸ ਅਸੀਂ ਤਾਂ ਵਿਚਰ ਰਹੇ ਹਾਂ, ਫਿਰ ਰਹੇ ਹਾਂ। ਵਿਚਰ ਬਲੋਕੋ ਜਗ ਕੋ, ਸੰਸਾਰ ਨੂੰ ਵੇਖਦੇ ਹੋਏ ਜਿੱਥੇ ਕਿੱਥੇ ਮੌਜ ਆਉਂਦੀ ਫਿਰ ਰਹੇ ਹਾਂ। ਗਰਭ ਬੈਨ ਸ਼ਕਤੇ ਬਲ ਗਮ ਕੋ, ਸ਼੍ਰੀ ਪਰਮੇਸ਼ਰ ਬਖਸ਼ਿਸ਼ ਤੁਮਕੋ। ਹੁਣ ਸਤਿਗੁਰੂ ਜੀ ਇੰਨੇ ਨਿਮਰਤਾ ਦੇ ਵਿੱਚ ਆਏ, ਕਹਿੰਦੇ ਗਰਭ ਬੈਨ ਸ਼ਕਤੀ ਬਲ ਗਮ। ਇਹ ਜਿਹੜਾ ਹੰਕਾਰ ਵਾਲੇ ਬੋਲ ਨੇ, ਇਹ ਜਿਹੜੀਆਂ ਸ਼ਕਤੀਆਂ ਨੇ, ਬਲ ਹੈ, ਤਾਕਤ ਹੈ, ਇਹ ਤਾਂ ਸਾਰੀਆਂ ਪਰਮੇਸ਼ਰ ਨੇ ਤੁਹਾਨੂੰ ਬਖਸ਼ੀਆਂ ਨੇ। ਕਿਉਂਕਿ ਸਾਡੇ ਕੋਲ ਇਵੇਂ ਦਾ ਕੋਈ ਹੰਕਾਰ ਨਹੀਂ, ਸਾਡੇ ਕੋਲ ਇਵੇਂ ਦੇ ਹੰਕਾਰ ਵਾਲੀ ਕੋਈ ਸ਼ਕਤੀ ਨਹੀਂ। ਇਹ ਤਾਂ ਸਾਰੀਆਂ ਰੱਬ ਨੇ, ਪਰਮੇਸ਼ਰ ਨੇ ਤੁਹਾਨੂੰ ਬਖਸ਼ੀਆਂ ਨੇ। ਇਸ ਪ੍ਰਕਾਰ ਕੇ ਬੋਲਤ ਬਚਨਾ ਭਈ ਆਨ ਰਜਨੀ ਕੀ ਰਚਨਾ। ਕਹਿੰਦੇ ਇਸ ਤਰ੍ਹਾਂ ਬਚਨ ਬਿਲਾਸ ਕਰਦਿਆਂ ਸ਼ਾਮ ਹੋ ਗਈ, ਰਾਤ ਪੈ ਗਈ। ਤੇ ਜਦੋਂ ਰਾਤ ਪਈ, ਇਹਨਾਂ ਸਿੱਧਾ ਨੇ ਕੀਤਾ ਕੀ, ਤਬੇ ਆਪਣੇ ਆਪਣੇ ਥਲ ਜਾਏ, ਬੈਠ ਗਏ ਸਿੱਧੇ ਆਸਣ ਲਾਏ। ਸਾਰੇ ਉੱਠ ਕੇ ਚਲੇ ਗਏ। ਧੰਨ ਗੁਰੂ ਨਾਨਕ ਸਾਹਿਬ ਨੂੰ ਉੱਥੇ ਬੈਠਿਆਂ ਨੂੰ ਛੱਡ ਕੇ ਆਪ ਸਾਰੇ ਉੱਠ ਕੇ ਚਲੇ ਗਏ। ਆਪੋ ਆਪਣੇ ਆਸਣ ਲਾਏ, ਕੋਈ ਬੈਠ ਗਿਆ ਹੈ, ਕੋਈ ਲੇਟ ਗਿਆ ਹੈ। ਪਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉੱਥੇ ਬੈਠੇ ਨੇ। ਸ਼੍ਰੀ ਗੁਰ ਕਹੇ ਉਠੋ ਅਬ ਬਾਲਾ, ਧੁਨੀ ਆਨੇ ਸਰਦੀ ਕਾਲਾ। ਕਿਉਂਕਿ ਇੱਕ ਤਾਂ ਸਰਦੀਆਂ ਦਾ ਠੰਡ ਦਾ ਮੌਸਮ ਹੈ, ਅਤੇ ਦੂਜਾ ਨਾ ਪਹਾੜਾਂ ਦੇ ਵਿੱਚ ਹੋਰ ਜ਼ਿਆਦਾ ਠੰਡ ਹੈ। ਇਹ ਜੋਗੀ ਜਿਹੜੇ ਨੇ, ਇਹ ਤਾਂ ਧੂਣੀਆਂ ਬਾਲ ਕੇ ਬੈਠ ਕੇ ਧੂਣੀ ਦੇ ਚਾਰ ਚੁਫੇਰੇ। ਅਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਬਾਲਿਆ ਉੱਠ ਫਿਰ ਤੂੰ। ਜਾਂ ਲਿਆ ਇੱਕ ਅੱਗ ਉਹਨਾਂ ਤੋਂ ਫੜ ਕੇ ਲਿਆ, ਇੱਕ ਲੱਕੜ ਦਾ ਧੂਣੀ ਆਨੇ ਸਰਦੀ ਕਰ, ਸਰਦੀ ਦਾ ਮੌਸਮ ਹੈ, ਅੱਗ ਲਿਆ ਆਪਾਂ ਵੀ ਧੂਣੀ ਬਾਲੀ। ਆਏ ਸਪਾਏ ਗਇਓ ਇੱਕ ਥਾਏ, ਪਿੱਛੇ ਸਿੱਧ ਆਏ ਤਬ ਧਾਏ। ਸਤਿਗੁਰੂ ਦੀ ਆਗਿਆ ਲੈ ਕੇ ਜਿੱਥੇ ਨਾ ਸਿੱਧਾ ਨੇ ਧੂਣੀ ਲਾਈ, ਭਾਈ ਬਾਲਾ ਜੀ ਗਏ ਕਿ ਉੱਥੋਂ ਵਿੱਚੋਂ ਜਾ ਕੇ ਇੱਕ ਬਲਦੀ ਹੋਈ ਲੱਕੜ ਚੁੱਕ ਲਈ ਕਿ ਲੱਕੜ ਲੈ ਕੇ ਅੱਗ ਲੈ ਕੇ ਜਾਵਾਂਗੇ, ਉੱਥੇ ਅੱਗ ਕੁਝ ਹੋਰ ਲੱਕੜ ਰੱਖ ਕੇ ਅੱਗ ਬਾਲ ਲਵਾਂਗੇ। ਅੱਗੇ ਫਿਰ ਸਿੱਧਾ ਨੇ ਜੋ ਕੁਛ ਕੀਤਾ, ਭਾਈ ਬਾਲਾ ਜੀ ਨੂੰ ਅੱਗ ਦਿੱਤੀ ਕਿ ਨਹੀਂ ਦਿੱਤੀ, ਇਹ ਆਪਾਂ ਕੱਲ੍ਹ ਵਿਚਾਰਾਂਗੇ ਸਮੇਂ ਦੇ ਮੁਤਾਬਕ। ਇਤਨੀ ਬੇਨਤੀ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਦੀ ਖਿਮਾ। ਆਓ 1-2 ਮਿੰਟ ਹੋਰ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ